Good evening, students. Very good evening to all. आओ ਅੱਜ ਆਪਾਂ ਦੁਬਾਰਾ ਆਪਦਾ ਕੰਮ ਸ਼ੁਰੂ ਕਰੀਏ। ਆਪਾਂ ਲਾਸਟ ਕਰ ਰਹੇ ਸੀ ਰੀਵੈਲਿਊਏਸ਼ਨ ਅਕਾਊਂਟ। ਰੀਵੈਲਿਊਏਸ਼ਨ ਅਕਾਊਂਟ ਸਾਡਾ ਬਹੁਤ ਹੀ ਇੰਪੋਰਟੈਂਟ ਇੱਕ ਅਕਾਊਂਟ ਹੈ ਜਿੰਦੇ ਉੱਪਰ ਆਉਣ ਵਾਲੇ ਸਾਡੇ 3 ਚੈਪਟਰ ਟਿਕੇ ਹੋਏ ਹਨ। ਜਿਨ੍ਹਾਂ ਸਟੂਡੈਂਟਸ ਨੂੰ ਰੀਵੈਲਿਊਏਸ਼ਨ ਅਕਾਊਂਟ ਬਣਾਉਣਾ ਆ ਜਾਂਦਾ ਹੈ, ਡੀਅਰ ਸਟੂਡੈਂਟਸ, ਉਹਨਾਂ ਲਈ ਆਉਣ ਵਾਲੇ ਜਿਹੜੇ ਚੈਪਟਰ ਨੇ ਉਹ ਬੜੇ ਈਜ਼ੀ ਹੋ ਜਾਂਦੇ ਨੇ, ਆਸਾਨ ਹੋ ਜਾਂਦੇ ਨੇ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਰਿਵੈਲਿਊਏਸ਼ਨ ਅਕਾਊਂਟ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਚੈਪਟਰ ਕਰ ਰਹੇ ਹਾਂ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦਾ ਚੈਪਟਰ ਕਰ ਰਹੇ ਹਾਂ। ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਾਰਮ ਦਾ ਇੱਕ ਪਾਰਟ ਹੈ। ਔਰ ਰਿਵੈਲਿਊਏਸ਼ਨ ਅਕਾਊਂਟ ਵਿੱਚ ਇੱਕ ਗੱਲ ਯਾਦ ਰੱਖਣੀ ਹੈ, ਇਸ ਦੇ ਵਿੱਚ ਸਿਰਫ ਐਸਟਸ ਐਂਡ ਲਾਇਬਿਲਿਟੀਜ਼ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ। ਐਸਟਸ ਘਟੇ ਨੇ ਜਾਂ ਵਧੇ ਨੇ, ਇਹਨਾਂ 'ਚ ਵ੍ਰਿੱਧੀ ਹੋਈ ਹੈ ਜਾਂ ਕੋਈ ਕਮੀ ਆਈ ਹੈ। ਹਮੇਸ਼ਾ ਵਾਸਤੇ ਐਸਟਸ ਨੇ ਇਹਨਾਂ ਨੂੰ ਦੀ ਦੁਬਾਰਾ ਕੀਮਤ ਪਾਈ ਜਾਂਦੀ ਹੈ, ਰੀਵੈਲਿਊਏਟ ਕੀਤਾ ਜਾਂਦਾ ਹੈ, ਔਰ ਲਾਇਬਿਲਿਟੀ ਨੂੰ ਰੀਅਸੈਸ ਕੀਤਾ ਜਾਂਦਾ ਹੈ। ਇਹ ਗੱਲ ਭੁੱਲਣੀ ਨਹੀਂ, ਇਸ ਦੀ ਰੀਅਸੈਸਮੈਂਟ ਹੁੰਦੀ ਹੈ ਔਰ ਐਸਟਸ ਨੂੰ ਰੀਵੈਲਿਊਏਟ ਕੀਤਾ ਜਾਂਦਾ ਹੈ। ਇਹਨਾਂ ਦੋ ਗੱਲਾਂ ਨੂੰ ਅਸੀਂ ਭੁੱਲਣਾ ਨਹੀਂ, ਯਾਨੀ ਕਿ ਇਹਨਾਂ ਦੀ ਦੁਬਾਰਾ ਕੀਮਤ ਪਾਈ ਜਾਂਦੀ ਹੈ। ਇਸ ਗੱਲ ਦਾ ਅਸੀਂ ਲੋਕਾਂ ਨੇ ਧਿਆਨ ਰੱਖਣਾ ਹੈ। ਹੁਣ ਜਦੋਂ ਅਸੀਂ ਰਿਵੈਲਿਊਏਸ਼ਨ ਅਕਾਊਂਟ ਨੂੰ ਅੱਛੀ ਤਰ੍ਹਾਂ ਨਾਲ ਸਮਝ ਲਾਂਗੇ, ਮੈਂ ਲਾਸਟ ਚੈਪਟਰ ਵਿੱਚ ਵੀ ਕਿਹਾ ਸੀ, ਜੇਕਰ ਕਿਸੇ ਐਸਟ ਦੇ ਵਿੱਚ ਕੋਈ ਵ੍ਰਿੱਧੀ ਹੁੰਦੀ ਹੈ ਤੇ ਜਾਂ ਲਾਇਬਿਲਿਟੀ ਘਟਦੀ ਹੈ ਤਾਂ ਕ੍ਰੈਡਿਟ ਸਾਈਡ ਤੇ ਆਉਂਦੀ ਹੈ। ਕੋਈ ਐਸਟ ਘਟਦਾ ਹੈ ਜਾਂ ਲਾਇਬਿਲਿਟੀ ਵਧਦੀ ਹੈ ਤਾਂ ਉਹ ਰਿਵੈਲਿਊਏਸ਼ਨ ਦੇ ਡੈਬਿਟ ਸਾਈਡ ਤੇ ਉਸ ਨੂੰ ਲਿਖਿਆ ਜਾਂਦਾ ਹੈ। ਪਿੱਛੇ ਵਾਲਾ ਥੋੜਾ ਜਿਹਾ ਮੈਂ ਰਿਵਾਈਜ਼ ਕਰਦਾ ਪਿਆ, 2 ਦਿਨ ਆਪਾਂ ਛੁੱਟੀ ਕੀਤੀ ਸੀ, ਕਿਧਰੇ ਭੁੱਲ ਨਾ ਗਿਆ ਹੋਏ। ਹੁਣ ਸਾਡੇ ਕੋਲ ਸਟਾਕ ਦੀ ਆਪਾਂ ਡਿਸਕਸ਼ਨ ਨਾਲ ਨਾਲ ਕਰਦੇ ਜਾਂਦੇ ਹਾਂ। ਸਟਾਕ ਦੀ ਸਾਡੇ ਕੋਲ ਬੁੱਕ ਵੈਲਿਊ ਦਿੱਤੀ ਹੋਈ ਹੈ, BV ਬੁੱਕ ਵੈਲਿਊ 40,000 ਦਿੱਤੀ ਹੋਈ ਹੈ, ਤੇ ਔਰ ਸਾਨੂੰ ਕਹਿ ਰਿਹਾ ਹੈ ਕਿ ਜਿਹੜਾ ਸਟਾਕ ਹੈ was to be depreciated by 8%, was to be depreciated by 8%। 8% ਨਾਲ ਕਹਿੰਦਾ ਸਟਾਕ ਹੈ ਜਿਹੜਾ ਇਸ ਨੂੰ ਘਟਾਇਆ ਜਾਏ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਸਟਾਕ ਦੀ ਵੈਲਿਊ ਦੇ ਵਿੱਚ ਕਮੀ ਕਰਾਂਗੇ, ਸਟਾਕ ਡਿਕਰੀਜ਼ ਹੋਏਗਾ ਤਾਂ ਐਸਟ ਡਿਕਰੀਜ਼ ਹੋਏ ਤਾਂ 2 ਵਾਲੀ ਸਾਈਡ ਤੇ ਆਉਂਦਾ ਹੈ, ਤੇ ਅਸੀਂ ਕੀ ਲਿਖਾਂਗੇ, ਟੂ ਸਟਾਕ। ਕਿੰਨੇ ਪਰਸੈਂਟ ਘਟਾਇਆ ਹੈ? 40% ਦਾ 40,000 ਦਾ 8% ਨਿਕਾਲ ਲਾਂਗੇ, ਤੇ 40,000 ਦਾ 8% ਜਦੋਂ ਘਟੇਗਾ ਤੇ 3,200 ਰੁਪਇਆ ਆਏਗਾ। ਐਵੇਂ ਸਾਨੂੰ ਮੇਨ ਕੁਐਸਚਨ ਦਿੱਤਾ ਹੋਏਗਾ, ਉਹਦੇ ਵਿੱਚੋਂ ਅਸੀਂ ਰਿਵੈਲਿਊਏਸ਼ਨ ਅਕਾਊਂਟ ਨੂੰ ਬਣਾਉਣਾ ਸਿੱਖ ਰਹੇ ਹਾਂ। ਮੈਂ ਵਾਰ-ਵਾਰ ਕਹਿ ਰਿਹਾ, ਇਸ ਤੋਂ ਨੈਕਸਟ ਚੈਪਟਰ ਹੈ ਜਿਹੜਾ ਆਪਾਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ, ਉਹ ਵਾਲੇ ਚੈਪਟਰ ਦਾ ਨਾਮ ਹੈ ਐਡਮਿਸ਼ਨ ਆਫ ਏ ਪਾਰਟਨਰ। ਪਿਆਰੇ ਵਿਦਿਆਰਥੀਓ, ਐਡਮਿਸ਼ਨ ਆਫ ਪਾਰਟਨਰ ਤੁਹਾਡੇ ਲਈ ਤਾਂ ਆਸਾਨ ਹੋਏਗਾ ਜੇਕਰ ਤੁਹਾਨੂੰ ਰਿਵੈਲਿਊਏਸ਼ਨ ਅਕਾਊਂਟ ਬਣਾਉਣਾ ਆਏਗਾ ਤਾਂ। ਰਿਵੈਲਿਊਏਸ਼ਨ ਅਕਾਊਂਟ ਨੂੰ ਬਣਾਉਣ ਦੇ ਲਈ ਆਪ ਜੀ ਨੇ ਚੰਗੀ ਤਰ੍ਹਾਂ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਹੋਰ ਲੈਂਦੇ ਆ, ਕ੍ਰੈਡੀਟਰਸ ਅਮਾਊਂਟਿੰਗ, ਕ੍ਰੈਡੀਟਰਸ ਰੁਪੀਜ਼ 900, 900 ਦੇ ਜਿਹੜੇ ਕ੍ਰੈਡੀਟਰਸ ਨੇ, were not likely to, ਬੜਾ ਹੀ ਵਧੀਆ ਹੈ, were not likely to be claimed। ਬੇਟਾ ਮੈਂ ਇਹਦੇ ਤੇ ਟਾਈਮ ਕਾਫੀ ਲਗਾਵਾਂਗਾ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਇਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਸ ਤੋਂ ਬਾਅਦ ਫਿਰ ਆਪਾਂ ਅੱਗੇ ਜਾਵਾਂਗੇ। ਲਿਖਿਆ ਹੋਇਆ ਹੈ ਕਿ ਕ੍ਰੈਡੀਟਰ 900 ਰੁਪਏ ਦੇ ਨਾ ਜਿਹੜੇ were not likely to be claimed, ਯਾਨੀ ਕਿ ਅਸੀਂ ਜਿਹੜੇ ਕ੍ਰੈਡੀਟਰ ਨੂੰ ਪੈਸੇ ਦੇਣੇ ਸੀ, ਜਿੰਨੇ ਵੀ ਦੇਣੇ ਸੀ, 2,000, 9,000, 10,000, 20,000, ਉਹਦੇ ਵਿੱਚੋਂ 900 ਰੁਪਈਆ
वर नॉट लाइकली टू बी क्लेम्ड, यानी कि 900 रुपया किसी क्रैडिटर ने साढ़े तो क्लेम नहीं किया, यानी कि सानू 900 रुपया क्रैडिटर नू ਜਿਹੜੇ ਸਾਡੇ ਲੈਣਦਾਰ ਨੇ ਕ੍ਰੈਡੀਟਰਸ ਨੇ ਲੈਣਦਾਰਾਂ ਨੂੰ 900 ਰੁਪਇਆ ਵੀ ਹੈਵਨਟ ਪੇ ਸਾਨੂੰ ਪੇ ਨਹੀਂ ਕਰਨਾ ਪੈਣਾ। ਇਟ ਮੀਨਸ ਸਾਨੂੰ 900 ਰੁਪਏ ਦੀ ਬਚਤ ਹੋ ਗਈ। 900 ਰੁਪਏ ਦੀ ਬਚਤ ਹੋਣ ਦਾ ਮੀਨਿੰਗ ਇਹ ਹੋਇਆ ਕਿ 900 ਦੇ ਸਾਡੇ ਜਿਹੜੇ ਕ੍ਰੈਡੀਟਰਸ ਨੇ ਸਾਡੀ ਲਾਇਬਿਲਿਟੀ 900 ਨਾਲ ਘਟ ਗਈ। ਜੇ 900 ਨਾਲ ਲਾਇਬਿਲਿਟੀ ਘਟ ਗਈ ਤਾਂ ਅਸੀਂ ਕੀ ਲਿਖਾਂਗੇ ਬਾਈ ਕ੍ਰੈਡੀਟਰਸ ਕਿੰਨੇ 900 ਰੁਪਇਆ। ਜੇ ਲਿਖਿਆ ਅਜੇ ਨਾ ਨਾਟ ਲਾਈਕਲੀ ਟੂ ਬੀ ਕਲੇਮਡ, ਇਹਦਾ ਮਤਲਬ ਲਾਇਬਿਲਿਟੀ ਘਟ ਰਹੀ ਹੈ। ਯਾਦ ਰੱਖਣਾ ਕਈ ਵਾਰ ਸਟੇਟਮੈਂਟ ਦੇ ਵਿੱਚ ਜਿਹੜਾ ਇਹਨੇ ਵਰਡ ਨੋਟ ਪਾਇਆ ਹੈ ਨਾ, ਇਹ ਨੋਟ ਨਹੀਂ ਪਾਇਆ ਹੁੰਦਾ। ਕਈ ਵਾਰੀ ਸਿੱਧਾ ਲਿਖਿਆ ਹੁੰਦਾ 900 ਵਾਰ ਲਾਈਕਲੀ ਟੂ ਬੀ ਕਲੇਮਡ, ਇਟ ਮੀਨਸ ਸਾਡੇ ਕ੍ਰੈਡੀਟਰ ਫਿਰ ਵੱਧ ਗਏ, ਯਾਨੀ ਕਿ ਸਾਨੂੰ 900 ਰੁਪਇਆ ਦੇਣਾ ਪਿਆ। ਇੱਥੇ ਨਾਟ ਲਾਈਕਲੀ ਟੂ ਕਲੇਮ ਦਾ ਮਤਲਬ ਸਾਨੂੰ ਨਹੀਂ ਦੇਣਾ ਪਿਆ। ਸਾਨੂੰ ਨਹੀਂ ਦੇਣਾ ਪਿਆ ਤਾਂ ਇਟ ਮੀਨਸ ਸਾਡੇ ਕ੍ਰੈਡੀਟਰਸ ਘਟ ਗਏ, ਡਿਕਰੀਜ਼ ਹੋ ਗਏ। ਜਦੋਂ ਕ੍ਰੈਡੀਟਰ ਡਿਕਰੀਜ਼ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਕ੍ਰੈਡਿਟ ਵਾਲੀ ਸਾਈਡ ਤੇ ਲਿਖਦੇ ਹਾਂ ਜੀ। ਨੰਬਰ ਨੈਕਸਟ 3 ਨੰਬਰ ਕੀ ਕਹਿੰਦਾ ਹੈ ਕਿ ਇਨਵੈਸਟਮੈਂਟ ਦੀ ਬੁੱਕ ਵੈਲਿਊ ਹੈ ਸਾਡੇ ਕੋਲ। ਇਨਵੈਸਟਮੈਂਟ ਦੀ ਬੁੱਕ ਵੈਲਿਊ ਹੈ ਜੀ 38,000 ਰੁਪਇਆ, 38,000 ਰੁਪਇਆ। ਵਰ ਵੈਲਿਊਡ ਐਟ ਵਰ ਰੀਵੈਲਿਊਡ ਐਟ 40,000। ਹੁਣ ਪਿਆਰੇ ਵਿਦਿਆਰਥੀਓ ਬੁੱਕਸ ਦੇ ਵਿੱਚ, ਕਿਤਾਬਾਂ ਦੇ ਵਿੱਚ, ਬਹੀਆਂ ਦੇ ਵਿੱਚ ਸਾਡੇ ਕੋਲ ਇਨਵੈਸਟਮੈਂਟ ਕਿਤਾਬਾਂ ਵਿੱਚ 38,000 ਦੀ ਹੈ, ਲੇਕਿਨ ਇਸ ਦੀ ਵੈਲਿਊ ਪਾਈ ਗਈ 40,000 ਰੁਪਇਆ। ਪਿਆਰੇ ਵਿਦਿਆਰਥੀਓ ਜੇਕਰ ਇਸ ਦੀ ਵੈਲਿਊ 40,000 ਰੁਪਇਆ ਪਾਈ ਗਈ ਤਾਂ ਇਟ ਮੀਨਸ ਸਾਡੀ ਇਨਵੈਸਟਮੈਂਟ 38 ਤੋਂ 40,000 ਹੋ ਗਈ, ਵੱਧ ਗਈ। ਤਾਂ ਅਸੀਂ ਲਿਖਾਂਗੇ ਬਾਈ ਇਨਵੈਸਟਮੈਂਟ। ਕੀ ਲਿਖਾਂਗੇ ਬਾਈ ਇਨਵੈਸਟਮੈਂਟ 2000। ਵਨ ਮੋਰ, ਇੱਕ ਹੋਰ ਲੈਂਦੇ ਆ ਜੀ। ਸਾਡੇ ਕੋਲ ਬਿਲਡਿੰਗ ਹੈ, ਜਿਹੜੀ ਬਿਲਡਿੰਗ ਦੀ ਵੈਲਿਊ ਦਿੱਤੀ ਹੋਈ ਹੈ 50,000 ਰੁਪਇਆ, ਠੀਕ ਹੈ। ਨਾਲ ਲਿਖਿਆ ਹੈ ਇਨਕਰੀਜ਼ਡ ਬਾਈ 5,000, ਕਹਿੰਦਾ ਇਹਨੂੰ 5,000 ਹੋਰ ਵਧਾ ਦਿਓ, ਇਨਕਰੀਜ਼ਡ ਬਾਈ। ਜੇ 2 ਲਿਖਿਆ ਹੋਏ ਤਾਂ ਫਿਰ ਹੋਰ ਗੱਲ ਹੋਣੀ ਹੈ, ਉਹ ਵੀ ਮੈਂ ਲਿਖ ਦਿੰਦਾ। ਅਸੀਂ ਲਿਖਦੇ ਹਾਂ ਮਸ਼ੀਨਰੀ ਦੀ ਵੈਲਿਊ ਦਾ ਮਤਲਬ ਬੁੱਕ ਵੈਲਿਊ, ਬੁੱਕ ਵੈਲਿਊ 40,000 ਇਨਕਰੀਜ਼ਡ ਟੂ ਰੁਪੀਜ਼ 50,000। ਇਹਨਾਂ ਹੁਣ ਦੋਵਾਂ ਚੀਜ਼ਾਂ ਵਿੱਚ ਫਰਕ ਹੈ, ਇਹਨਾਂ ਦੋਵਾਂ ਗੱਲਾਂ ਵਿੱਚ ਫਰਕ ਹੈ। ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਆ ਜੇ ਇਨਕਰੀਜ਼ਡ ਬਾਈ 5,000 ਜਾਂ ਜੇ ਇਨਕਰੀਜ਼ਡ ਟੂ 50,000 ਤਾਂ ਦੋਨਾਂ ਗੱਲਾਂ ਵਿੱਚ ਫਰਕ ਹੈ। ਬਿਲਡਿੰਗ ਦੀ ਬੁੱਕ ਵੈਲਿਊ 50,000 ਹੈ, ਉਸ ਨੂੰ 5,000 ਨਾਲ ਹੋਰ ਵਧਾਉਣਾ ਹੈ ਤਾਂ ਪਿਆਰੇ ਵਿਦਿਆਰਥੀਓ ਅਸੀਂ ਕੀ ਲਿਖਾਂਗੇ ਬਾਈ ਬਿਲਡਿੰਗ ਅਕਾਊਂਟ 5,000 ਨਾਲ ਵਧਾ ਦਿੱਤਾ ਬਾਈ 5,000। ਲੇਕਿਨ ਅਗਲੀ ਸਟੇਟਮੈਂਟ 'ਚ ਲਿਖਿਆ ਹੈ ਮਸ਼ੀਨਰੀ ਜਿੰਦੀ ਬੁੱਕ ਵੈਲਿਊ 40,000 ਹੈ ਇਨਕਰੀਜ਼ਡ ਟੂ 50,000, ਕਹਿੰਦੇ ਉਹਨੂੰ ਵਧਾ ਕੇ 50,000 ਕਰ ਦਿੱਤਾ ਗਿਆ 40 ਤੋਂ। ਇਟ ਮੀਨਸ ਫਿਰ ਉਹਦੇ 'ਚ ਵਾਧਾ ਕਿੰਨਾ ਕੀਤਾ ਗਿਆ 10,000 ਦਾ। ਤਾਂ ਵੀ ਵਿਲ ਰਾਈਟ ਬਾਈ ਮਸ਼ੀਨਰੀ ਅਕਾਊਂਟ 10,000। ਤਾਂ ਪਿਆਰੇ ਵਿਦਿਆਰਥੀਓ ਕੀ ਲਿਖਾਂਗੇ ਮਸ਼ੀਨਰੀ ਅਕਾਊਂਟ 10,000। ਹੁਣ ਇੱਥੇ ਦੋ ਗੱਲਾਂ ਸਿੱਖਣ ਵਾਲੀਆਂ ਸੀਗੀਆਂ, ਧਿਆਨ ਦਿਓ। ਜੇ ਵਰਡ ਲਿਖਿਆ ਆ ਜੇ ਇਨਕਰੀਜ਼ਡ ਬਾਈ, ਕੀ ਲਿਖਿਆ ਆ ਜੇ ਮੈਂ ਫਿਰ ਲਿਖਦਾ, ਜੇਕਰ ਲਿਖਿਆ ਆ ਜੇ ਇਨਕਰੀਜ਼ਡ ਬਾਈ 5,000 ਤਾਂ ਇਟ ਮੀਨਸ ਸਿੱਧਾ ਵਾਧਾ ਹੋ ਗਿਆ 5,000 ਅਸੀਂ ਲਿਖਤਾ। ਜੇ ਇਹ ਆ ਜੇ ਕਿ ਇਨਕਰੀਜ਼ਡ ਟੂ 50,000, ਇਹਦਾ ਮਤਲਬ ਜਿਹੜੀ ਉਹਦੀ ਪਹਿਲੀ ਵੈਲਿਊ ਸੀ ਉਹਦੇ ਨਾਲੋਂ ਵਧਾ ਦਿੱਤਾ ਤੇ ਪਹਿਲੀ ਨੂੰ ਵਿੱਚੋਂ ਮਾਈਨਸ ਕਰਨਾ ਹੈ। ਇਨਕਰੀਜ਼ ਟੂ ਦਾ ਮਤਲਬ ਇਹਦੀ ਹੁਣ ਟੋਟਲ ਇੰਨੀ ਹੋ ਗਈ, ਫਿਰ ਇਹਦੇ ਵਿੱਚੋਂ ਵਾਧਾ ਕੱਢਣਾ ਪੈਣਾ ਸਾਨੂੰ।
ਫਿਰ ਜੇ ਮੰਨ ਲਓ ਦੀ ਬੁੱਕ ਵੈਲਿਊ 40,000 ਸੀ ਤਾਂ ਅਸੀਂ 50,000 ਵਿੱਚੋਂ 40,000 ਮਾਈਨਸ ਕਰਾਂਗੇ ਤਾਂ ਬਾਕੀ ਅਸੀਂ 10,000 ਦੀ ਫਿਗਰ ਲਵਾਂਗੇ ਤਾਂ ਲਿਖਾਂਗੇ ਮਸ਼ੀਨਰੀ 10,000। ਠੀਕ ਹੈ ਜੀ। ਇਸ ਤਰ੍ਹਾਂ ਨਾਲ ਪਿਆਰੇ ਵਿਦਿਆਰਥੀਓ ਅਸੀਂ ਬਣਾਵਾਂਗੇ ਰਿਵੈਲਿਊਏਸ਼ਨ ਅਕਾਊਂਟ। ਹੁਣ ਜੇ ਕ੍ਰੈਡਿਟ ਸਾਈਡ ਵੱਧ ਜੇ ਤਾਂ ਧਿਆਨ ਰੱਖਣਾ ਸਾਡੇ ਕੋਲ ਪ੍ਰੋਫਿਟ ਆਉਂਦਾ ਹੈ ਤਾਂ ਅਸੀਂ ਇਹਨੂੰ ਜੋੜਾਂਗੇ ਜੀ 10 15 17 ਇਹ ਆ ਗਿਆ ਸਾਡੇ ਕੋਲ 17,900। ਇੱਧਰ ਵੀ ਟੋਟਲ ਲਗਾਵਾਂਗੇ ਜੀ 17,900 ਤੇ 2 ਕੀ ਲਿਖਾਂਗੇ 2 ਗੇਨ ऑन गेन वर्ड लिख लो प्रॉफिट लिख लो सेम थिंग गेन ऑन रिवैल्यूएशन अकाउंट ट्रांसफर्ड टू जिन्ने पार्टनर ने एज कैपिटल अकाउंट बीज कैपिटल अकाउंट मान लो साढ़े कोल 2 ने तो कितना प्रॉफिट आया 17,900 ਵਿੱਚੋਂ 3,200 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਰਹਿ ਗਿਆ ਜੀ 14,700। 14,700 ਦਾ ਅਲੱਗ-ਅਲੱਗ ਕਰਾਂਗੇ 7,350 ਤੇ 7,350 ਤੇ ਇਹ ਆ ਗਿਆ ਸਾਡੇ ਕੋਲ 14,700। ਪਿਆਰੇ ਵਿਦਿਆਰਥੀਓ ਇੱਥੇ ਦੱਸਣਾ ਇਹ ਬਣਦਾ ਏ ਕਿ ਜਿਹੜਾ ਵੀ ਗੇਨ ਜਾਂ ਰਿਵੈਲਿਊਏਸ਼ਨ ਪਾਰਟਨਰ ਦੇ ਕੈਪੀਟਲ ਅਕਾਊਂਟ 'ਚ ਵੰਡਿਆ ਗਿਆ ਇਹ ਹਮੇਸ਼ਾ ਓਲਡ ਰੇਸ਼ੋ ਵਿੱਚ ਵੰਡਿਆ ਜਾਂਦਾ ਹੈ। ਇਹ ਗੱਲ ਭੁੱਲਣੀ ਨਹੀਂ। ਆਲਵੇਜ਼ ਇਟ ਸ਼ੁੱਡ ਬੀ ਰਿਮੈਂਬਰਡ ਦੈਟ ਕਿ ਇਟ ਵਿਲ ਬੀ ਡਿਸਟ੍ਰੀਬਿਊਟ ਅਮੰਗ ਦੀ ਪਾਰਟਨਰ ਔਰ ਬਿਟਵੀਨ ਦੀ ਪਾਰਟਨਰ ਇਨ ਓਲਡ ਰੇਸ਼ੋ ਆਲਵੇਜ਼। ਰੀਜ਼ਨ ਬਿਹਾਈਂਡ ਇਟ ਕੀ ਹੈ ਕਿ ਅਸੀਂ ਓਲਡ ਰੇਸ਼ੋ ਵਿੱਚ ਇਸ ਨੂੰ ਤਾਂ ਵੰਡਦੇ ਆ ਕਿ ਜਦੋਂ ਅਸੀਂ ਪਾਰਟਨਰਸ਼ਿਪ ਫਰਮ ਦੇ ਵਿੱਚ ਜਿਹੜਾ ਐਗਰੀਮੈਂਟ ਕੀਤਾ ਹੋਇਆ ਹੈ ਉਹ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਅਸੀਂ ਇੱਥੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰ ਰਹੇ ਹਾਂ ਬਿਕੋਜ਼ देयर इज ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਤਾਂ ਇਹ ਮੰਨ ਕੇ ਚੱਲਿਆ ਜਾਂਦਾ ਹੈ ਅਕਾਊਂਟਿੰਗ ਸਟੈਂਡਰਡ ਇਹ ਕਹਿੰਦੇ ਨੇ ਕਿ ਇਹਦੇ ਤੋਂ ਪਹਿਲੇ ਜਿਹੜੇ ਵੀ ਐਸਟ ਤੇ ਲਾਇਬਿਲਿਟੀ ਦੀ ਰਿਵੈਲਿਊਏਸ਼ਨ ਕੀਤੀ ਜਾਣੀ ਹੈ ਜਾਂ ਲਾਇਬਿਲਿਟੀ ਦੀ ਰੀਅਸੈਸਮੈਂਟ ਕੀਤੀ ਜਾਣੀ ਹੈ ਤਾਂ ਪਿਆਰੇ ਵਿਦਿਆਰਥੀਓ ਉਸ ਦੇ ਵਿੱਚ ਪਾਰਟਨਰਸ ਦਾ ਪੁਰਾਣੀ ਰੇਸ਼ੋ ਦੇ ਵਿੱਚ ਹੀ ਹੱਕਦਾਰ ਹਨ। ਇਸ ਵਾਸਤੇ ਇਸ ਨੂੰ ਪੁਰਾਣੀ ਰੇਸ਼ੋ ਵਿੱਚ ਹੀ ਵੰਡਿਆ ਜਾਂਦਾ ਹੈ। ਇਹ ਤੁਹਾਨੂੰ ਵਧੀਆ ਤਰੀਕੇ ਨਾਲ ਤਾਂ ਸਮਝ ਆ ਸਕਦਾ ਹੈ ਜੇਕਰ ਪਿਆਰੇ ਵਿਦਿਆਰਥੀਓ ਤੁਸੀਂ ਨੋਟਬੁੱਕ ਤੇ ਬੁੱਕਸ ਨਾਲ ਲੈ ਕੇ ਬੈਠੋਗੇ। ਹੁਣ ਜਿਹੜਾ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ ਇਸ ਦੇ ਵਿੱਚ ਜਿਹੜੀਆਂ ਬੁੱਕਸ ਨੇ ਉਹ ਬੜਾ ਇੰਪੋਰਟੈਂਟ ਰੋਲ ਅਦਾ ਕਰਨਗੀਆਂ। ਤੁਸੀਂ ਇਹਦੇ ਨਾਲ ਦੇ ਘਰੇ ਕੁਐਸਚਨ ਕਰੋ। ਕੱਲ ਇਸ ਤੋਂ ਬਾਅਦ ਇੱਕ ਛੋਟਾ ਜਿਹਾ ਟੌਪਿਕ ਰਹਿ ਗਿਆ, ਅਸੀਂ ਕੱਲ ਉਹ ਵਾਲਾ ਟੌਪਿਕ ਕਰਕੇ ਫਿਰ ਇਹ ਚੈਪਟਰ ਫਿਨਿਸ਼ ਕਰ ਦਾਂਗੇ। ਨਵਾਂ ਚੈਪਟਰ ਸ਼ੁਰੂ ਕਰਾਂਗੇ ਐਡਮਿਸ਼ਨ ਆਫ ਏ ਪਾਰਟਨਰ। ਬੀ ਰੈਡੀ। ਰੈਗੂਲਰ ਕਲਾਸ ਲਗਾਉਂਦੇ ਰਿਹਾ ਕਰੋ। ਜਿਹੜੇ ਬੱਚਿਆਂ ਨੇ ਵਿੱਚੋਂ ਕਲਾਸ ਮਿਸ ਕੀਤੀ ਸੀ ਉਹ ਪਿੱਛੇ ਵਾਲੇ ਲੈਕਚਰ ਜ਼ਰੂਰ ਸੁਣ ਲਿਆ ਕਰੋ ਔਰ ਲੈਕਚਰ ਨੂੰ ਹੁਣੇ ਲਾਈਕ ਕਰ ਦਿਓ, ਜ਼ਰੂਰੀ ਹੈ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਾਈਂਡਲੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ। ਇੱਕ ਦੋ ਹੋਰ ਚੀਜ਼ਾਂ ਮੈਂ ਦੱਸਣ ਜਾ ਰਿਹਾ ਤੁਹਾਨੂੰ ਕਿ ਕਿਹੜੀ ਚੀਜ਼ ਨੂੰ ਕਿੱਧਰ ਲੈਣਾ ਹੈ। ਮੰਨ ਲਓ ਸਾਡੇ ਕੋਲ ਆ ਗਿਆ ਇਨਕਰੀਜ਼ ਇਨ ਐਸਟ मीन्स सपोज मशीनरी विच इनक्रीज आ गई ₹5,000। तो प्यारे विद्यार्थियों मैं एक बार फिर बना रहा रिवैल्यूएशन अकाउंट का फॉर्मैट। तो इत्थे रिवैल्यूएशन अकाउंट लिखांगा जी। मैं तुहानूं दसना चाहना कि किहड़ी चीज़ नूं असीं कित्थे लिखना है जी। मशीनरी विच इनक्रीज आ गई तो की लिखांगे बाई मशीनरी अकाउंट किन्नी जे आ गया creditors ₹5,000 not likely to be claimed। it means साड़ियाँ liabilities 5,000 नाल कट गईयां ते असीं की लिखांगे बाई creditors। मैं बेटा ये वार वार तां लिख रहा not likely to be claimed क्योंकि इन्हें हरेक क्वेश्चन में आना है और पेपर दे विच अक्सर ही ये चीज़ सानू देखण नूं मिलती है कि creditors of ₹5,000 not likely to be claimed। नेक्स्ट वन साढ़े कोल आ गया स्टॉक डिक्रीज्ड बाई ₹3,000। 3,000 नाल स्टॉक घट गया तो असीं की लिखांगे टू स्टॉक आउट क्योंकि एसड घट जे तो डैबिट साइड ते लिखना है।
ਨੈਕਸਟ ਵਨ ਆ ਗਿਆ ਸਾਡੇ ਕੋਲ ਕਿ ਵੈਲਿਊ ਆਫ ਫਰਨੀਚਰ is increased to rupees 35,000 and book value is rupees 30,000। ਹੁਣ ਇਹਦਾ ਅਲੱਗ ਮੀਨਿੰਗ ਹੈ, ਅਲੱਗ ਅਰਥ ਹੈ। ਕਹਿੰਦਾ ਹੈ ਕਿ ਫਰਨੀਚਰ ਨੂੰ ਵਧਾ ਕੇ 35,000 ਕਰ ਦਿੱਤਾ ਗਿਆ ਤੇ ਪਹਿਲਾਂ ਫਰਨੀਚਰ ਕਿੰਨੇ ਦਾ ਸੀ? 30,000 ਦਾ। ਇਟ ਮੀਨਸ ਫਰਨੀਚਰ ਵਿੱਚ ਕਿੰਨੀ ਵ੍ਰਿੱਧੀ ਹੋਈ? 35,000 ਵਿੱਚੋਂ 30,000 ਮਾਈਨਸ ਕਰਾਂਗੇ, 5,000 ਦਾ ਫਰਨੀਚਰ ਵਧਿਆ ਤੇ ਅਸੀਂ ਬਾਈ ਵਾਲੀ ਸਾਈਡ ਦੇ ਕੀ ਲਿਖਾਂਗੇ? ਬਾਈ ਫਰਨੀਚਰ ਅਕਾਊਂਟ 5,000। ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ 'ਚ ਰੱਖਣਾ ਹੈ। ਕਹਿੰਦਾ ਹੈ ਕਿ ਪੀਡੀਡੀ क्या होता है? प्रोविजन फॉर डाउटफुल डेट इज टू बी डिक्रीज्ड रुपीज 500। ਕਹਿੰਦਾ ਹੈ ਜਿਹੜਾ ਪ੍ਰੋਵੀਜ਼ਨ ਹੈ ਨਾ, ਇਸ ਨੂੰ ਘਟਾਇਆ ਗਿਆ 500 ਰੁਪਏ ਦਾ। ਵੇਖੋ ਜੇ ਪ੍ਰੋਵੀਜ਼ਨ 500 ਰੁਪਇਆ ਘਟਾਇਆ ਗਿਆ ਤਾਂ ਇਟ ਮੀਨ ਸਾਡੇ 500 ਰੁਪਏ ਦੇ ਨਾਲ ਡੈਟਰਸ ਜ਼ਿਆਦਾ ਮਿਲਣਗੇ। 500 ਰੁਪਏ ਡੁੱਬਣ ਦੀ ਸੰਭਾਵਨਾ ਘਟ ਗਈ। ਜੇ ਸਾਨੂੰ 500 ਰੁਪਏ ਜ਼ਿਆਦਾ ਮਿਲਣਗੇ ਤਾਂ ਪਿਆਰੇ ਵਿਦਿਆਰਥੀਓ ਸਾਡੇ ਡੈਟਰਸ 500 ਨਾਲ ਵੱਧ ਜਾਣਗੇ ਤੇ ਅਸੀਂ ਕੀ ਲਿਖਾਂਗੇ? ਪਾਈ ਬਾਈ PDD 500। ਫਿਰ ਉਵੇਂ ਇਹਨੂੰ ਕਲੋਜ਼ ਕਰਾਂਗੇ। ਜੇ ਆਹ ਸਾਈਡ ਜ਼ਿਆਦਾ ਹੈ, ਮੰਨ ਲਓ ਇਹ ਹੈ ਸਾਡੇ ਕੋਲ 15,500, ਇਹ ਹੈ 15,500 ਤੋਂ ਬਾਕੀ ਸਾਡੇ ਕੋਲ ਅਸੀਂ ਕੀ ਲਿਖਾਂਗੇ? ਟੂ ਗੇਨ ਜਾਂ ਵਰਡ ਕੀ ਲਿਖਾਂਗੇ? ਪ੍ਰੋਫਿਟ ਔਨ ਰੀਵੈਲੂਏਸ਼ਨ ਟ੍ਰਾਂਸਫਰ ਟੂ, ਮੰਨ ਲਓ ਦੋ ਪਾਰਟਨਰ ਤੇ ਅਸੀਂ ਲਿਖ ਦਾਂਗੇ ਏਜ਼ ਕੈਪੀਟਲ ਅਕਾਊਂਟ ਤੇ ਉਧਰ ਕੀ ਲਿਖਾਂਗੇ? ਬੀਜ਼ ਕੈਪੀਟਲ ਅਕਾਊਂਟ। ਤਾਂ ਸਾਨੂੰ ਕਿੰਨਾ ਪ੍ਰੋਫਿਟ ਹੋਇਆ ਜੀ? ਤਾਂ 12,500। 12,500 ਦਾ ਅਸੀਂ ਹਾਫ ਕਰਾਂਗੇ 6,250, 6,250 ਤੇ 12,500 ਇੱਥੇ ਲਿਖ ਦਾਂਗੇ। ਪਿਆਰੇ ਵਿਦਿਆਰਥੀਓ, ਅਸਲ ਵਿੱਚ ਮੈਂ ਤੁਹਾਨੂੰ ਕਨਸੈਪਟ ਕੀ ਕਲੀਅਰ ਕਰਨਾ ਚਾਹੁੰਦਾ? ਮੈਂ ਇਹ ਕਰਨਾ ਚਾਹੁੰਦਾ ਕਿ ਰਿਵੈਲੂਏਸ਼ਨ ਅਕਾਊਂਟ ਤੁਹਾਨੂੰ ਤੁਹਾਡੀ ਟਿਪਸ 'ਤੇ ਹੋਣਾ ਚਾਹੀਦਾ ਹੈ। ਤੁਸੀਂ ਅੱਜ ਬੁੱਕ ਖੋਲੋ, ਪਿੱਛੇ ਵਾਲੇ 3-4 ਲੈਕਚਰ ਮੈਂ ਰਿਵੈਲੂਏਸ਼ਨ ਅਕਾਊਂਟ 'ਤੇ ਹੀ ਲਗਾਏ ਹਨ। ਮੈਂ ਵਾਰ-ਵਾਰ ਤੁਹਾਨੂੰ ਇਹ ਕਿਉਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ? ਕਿਉਂਕਿ ਤੁਹਾਡੇ ਆਉਣ ਵਾਲੇ ਚੈਪਟਰ ਵਾਸਤੇ ਇਟਸ ਵੈਰੀ ਇੰਪੋਰਟੈਂਟ ਫॉर ਯੂ ਪੀਪਲ, ਦੈਟ ਇਜ਼ ਰਿਵੈਲੂਏਸ਼ਨ ਅਕਾਊਂਟ। ਯੂ ਹੈਵ ਟੂ ਪ੍ਰਪੇਅਰ ਅਗੇਨ ਐਂਡ ਅਗੇਨ। ਤੁਸੀਂ ਆਪਣੀ ਬੁੱਕ ਖੋਲੋ, ਆਪਣੀ ਬੁੱਕ ਦੇ ਵਿੱਚੋਂ ਕਰੋ ਤਾਂ ਕਿ ਤੁਹਾਨੂੰ ਕਨਸੈਪਟ ਜਲਦੀ ਕਲੀਅਰ ਹੋ ਜੇ। ਜਿਹੜੇ ਸਟੂਡੈਂਟਸ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਨਵੇਂ ਜੁੜੇ ਨੇ, ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜਿੰਨਾ ਕੰਮ ਕੀਤਾ ਹੈ ਇਸ ਨੂੰ ਆਪਣੀ ਨੋਟਬੁੱਕ ਦੇ ਉੱਪਰ ਜ਼ਰੂਰ ਕਰੋ। ਆਦੀ ਬੁੱਕਸ ਦੇ ਵਿੱਚੋਂ ਵੀ ਇਸ ਕੰਮ ਨੂੰ ਕਰੋ। ਕੱਲ ਦੁਬਾਰਾ ਨਵਾਂ ਟੌਪਿਕ ਲੈ ਕੇ ਦੁਬਾਰਾ ਫਿਰ ਮਿਲਾਂਗੇ। ਤਦ ਤੱਕ ਜੈ ਹਿੰਦ।